ਬੰਦੇ ਦਾ ਮਨੁੱਖੀ ਸੁਭਾਅ ਇਹ ਬਣਿਆ ਹੋਇਆ ਹੈ, ਸਿਰਫ ਤੇ ਸਿਰਫ ਜਦੋਂ ਮੰਗ ਰੱਖਦਾ ਪਦਾਰਥਾਂ ਦੀ, ਦੁਨਿਆਵੀ ਸੁੱਖਾਂ ਦੀ। ਮਹਾਰਾਜ ਜੀ ਕਹਿੰਦੇ ਪਦਾਰਥ ਜਿਹੜੇ ਨੇ, ਜਿਹੜਾ ਮਰਜ਼ੀ ਦੁਨੀਆ ਦਾ ਪਦਾਰਥ ਮੰਗ ਲੈ, ਇੱਕ ਦਿਨ ਉਹ ਦੁੱਖ ਦੇ ਵਿੱਚ ਬਦਲੇਗਾ ਹੀ। ਭਾਵੇਂ ਕੋਈ ਵੀ ਹੋਵੇ, ਇੱਥੋਂ ਤੱਕ ਸਰੀਰਾਂ ਦਾ ਮਿਲਾਪ ਹੈ, ਉਹਦਾ ਵਿਛੋੜਾ ਇੱਕ ਦਿਨ ਹੋਣਾ, ਉਹਨੇ ਦੁੱਖ ਦੇ ਵਿੱਚ ਬਦਲਣਾ ਹੀ ਬਦਲਣਾ ਹੈ। ਪਰ ਜਦੋਂ ਤੂੰ ਸਿਮਰਨ ਕਰਦਾ ਹੋਇਆ ਗੁਰੂ ਦੇ ਦੱਸੇ ਸਿਧਾਂਤ ਮੁਤਾਬਕ ਆਪਣੀ ਜ਼ਿੰਦਗੀ, ਆਪਣੇ ਜੀਵਨ ਨੂੰ ਬਤੀਤ ਕਰੇਗਾ, ਉਹ ਰਸ ਤੇ ਉਹ ਆਨੰਦ ਜਿਹੜਾ ਸਿਮਰਨ ਤੋਂ ਪੈਦਾ ਹੋਣਾ ਹੈ, ਫਿਰ ਕਦੇ ਤੂੰ ਦੁੱਖਾਂ ਨੂੰ ਪ੍ਰਾਪਤ ਨਹੀਂ ਹੋਵੇਗਾ। ਤੇਰਾ ਮਨ ਸਰੀਰਕ ਦੁੱਖਾਂ ਦੀ ਗੱਲ ਨਹੀਂ, ਮਨ ਉੱਥੇ ਸਰੀਰਕ ਦੁੱਖ ਆ ਵੀ ਜਾਣ, ਮਨ ਉਹਨਾਂ ਦੁੱਖਾਂ ਨੂੰ ਦੁੱਖ ਗਿਣਦਾ ਹੀ ਨਹੀਂ। ਉੱਥੇ ਦੁੱਖਾਂ ਦੇ ਵਿੱਚੋਂ ਵੀ ਸੁੱਖ ਦੀ ਜ਼ਿੰਦਗੀ ਉਪਜਦੀ ਹੈ, ਆਨੰਦ ਹੈ, ਸਕੂਨ ਹੈ, ਖੇੜਾ ਹੈ, ਰਹੱਸ ਹੈ। ਇਸ ਲਈ ਸਿਮਰਨ ਦੇ ਤਲ ਤੋਂ ਜੋ ਸੁੱਖ ਪੈਦਾ ਹੁੰਦਾ ਹੈ, ਉਸ ਨੂੰ ਆਨੰਦ ਕਿਹਾ ਜਾਂਦਾ ਹੈ। ਤੇ ਉਸ ਆਨੰਦ ਦੇ ਵਿੱਚ ਜੀਵਨ ਜਿਉਣ ਵਾਲੇ ਸੰਸਾਰ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਹੈ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਆਪਣੀ ਮੱਤ ਉੱਚੀ ਬਣਾ ਕਰਕੇ ਜਿਉਂਦੇ ਹੈ। ਪਦਾਰਥ ਕੋਲ ਹੋ ਜਾਣੇ, ਧਨ ਦੌਲਤ ਦਾ ਕੋਲ ਹੋ ਜਾਣਾ, ਇਹ ਵਡੱਪਣ ਨਹੀਂ। ਜਦੋਂ ਅਸੀਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਤੇ ਭਾਈ ਸਾਹਿਬ ਨੇ ਇੱਕ ਕਵਿਤ ਦੇ ਵਿੱਚ ਰਹਿਮਤ ਕੀਤੀ ਹੈ। ਭਾਈ ਸਾਹਿਬ ਜੀ ਕਹਿੰਦੇ, ਜੈਸੇ ਮਾਲਾ ਮੇਰ ਕੋਈਤ ਸਭ ਉੱਪਰ ਕੈ, ਸਿਮਰਨ ਸੰਖਿਆ ਮੈਂ ਨਾ ਆਵਤ ਬੜਾਈ ਕੈ। ਕੁਝ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਜਿਵੇਂ ਮਾਲਾ ਹੈ, ਮਾਲਾ ਦੇ ਮਣਕੇ ਹੁੰਦੇ, ਕਹਿੰਦੇ ਅਖੀਰ ਤੇ ਇੱਕ ਵੱਡਾ ਮਣਕਾ ਹੈ ਜਿਸ ਨੂੰ ਮੇਰੂ ਮਣਕਾ ਕਿਹਾ ਜਾਂਦਾ ਹੈ। ਪਰ ਉਹ ਜਿਹੜਾ ਵੱਡਾ ਮੇਰੂ ਮਣਕਾ ਹੁੰਦਾ, ਉਹ ਕਿਸੇ ਗਿਣਤੀ ਦੇ ਵਿੱਚ ਨਹੀਂ ਆਉਂਦਾ। ਬਾਕੀ ਜਿੰਨੇ ਵੀ ਮਾਲਾ ਦੇ ਮਣਕੇ ਹੁੰਦੇ ਨੇ, ਉਹਨਾਂ ਤੇ ਪਰਮਾਤਮਾ ਦਾ ਨਾਮ ਲਿਆ ਜਾਂਦਾ, ਸਿਮਰਨ ਕੀਤਾ ਜਾਂਦਾ। ਲੋਕ ਮਾਲਾ ਫੇਰਦੇ ਹੈ, ਬੰਦਗੀ ਕਰਦੇ ਹੈ, ਪਰ ਮੇਰੂ ਮਣਕਾ ਨਾ ਉਹਦੇ ਤੇ ਸਿਮਰਨ, ਨਾ ਉਹ ਕਿਸੇ ਗਿਣਤੀ ਦੇ ਵਿੱਚ ਆਉਂਦਾ ਹੈ। ਇਹ ਪਹਿਲੀ ਉਦਾਹਰਣ ਦਿੱਤੀ। ਦੂਜੀ ਉਦਾਹਰਣ ਭਾਈ ਗੁਰਦਾਸ ਜੀ ਦਿੰਦੇ ਨੇ, ਜੈਸੇ ਬਿਰਖਨ ਵਿਖੈ ਸਿੰਬਲ ਪੇਖੀਅਤ ਅਤ ਉੱਚੋ। ਕਹਿੰਦੇ ਜਿਵੇਂ ਰੁੱਖਾਂ ਦੇ ਵਿੱਚੋਂ ਸਿੰਬਲ ਦਾ ਰੁੱਖ ਜਿਹੜਾ ਨਾ ਬਹੁਤ ਉੱਚਾ ਹੈ, ਬੜਾ ਲੰਮਾ ਹੁੰਦਾ, ਉੱਚਾ ਹੁੰਦਾ, ਆਕਾਰ ਵੀ ਬਹੁਤ ਵੱਡਾ ਹੈ। ਨਿਹਫਲ ਸਊ ਭਇਓ ਅਤ ਅਧਿਕਾਈ ਕੈ। ਪਰ ਉਹ ਸਿੰਬਲ ਦਾ ਰੁੱਖ ਵੱਡਾ ਹੋ ਕੇ ਵੀ ਨਿਸ਼ਫਲ ਹੀ ਹੈ, ਵਿਅਰਥ ਹੀ ਹੈ। ਕਿਉਂ? ਕਿਉਂਕਿ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵਹਿ ਪਰਤ। ਉਹਦੇ ਫੁੱਲ ਵੀ ਫਿੱਕੇ ਹੈ, ਕੱਚੇ ਰੰਗ ਵਾਲੇ, ਫਲ ਵੀ ਜਿਹੜੇ ਨੇ ਉਹਦੇ ਫਿੱਕੇ ਨੇ। ਸਿੰਬਲ ਦਾ ਰੁੱਖ ਵੱਡਾ ਭਾਵੇਂ ਜ਼ਰੂਰ ਹੈ, ਪਰ ਉਹ ਨਿਸ਼ਫਲ ਹੈ। ਤੀਜੀ ਉਦਾਹਰਣ ਭਾਈ ਸਾਹਿਬ ਭਾਈ ਗੁਰਦਾਸ ਜੀ ਦਿੰਦੇ ਹੈ। ਕਹਿੰਦੇ ਆਕਾਸ਼ ਵਿੱਚ ਉੱਡਦੇ ਹੋਏ ਪੰਛੀਆਂ ਵੱਲ ਕਦੇ ਨਜ਼ਰ ਮਾਰੋ। ਜੈਸੇ ਪੰਛੀਆਂ ਮੈਂ ਚੀਲ ਉਡਤ ਆਕਾਸ਼ ਚਾਰੀ। ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਦੇ ਵਿੱਚੋਂ ਕਹਿੰਦੇ ਇੱਲ ਨੂੰ ਉੱਡਦਿਆਂ ਹੋਇਆਂ ਕਦੇ ਦੇਖੋ। ਹੇਰੈ ਮ੍ਰਿਤ ਪਿੰਜਰਨ ਉੱਚੇ ਮੱਤ ਪਾਏ ਗਏ। ਉੱਡਦੀ ਬਹੁਤ ਉੱਚੀ ਹੈ, ਪਰ ਮਰੇ ਹੋਏ ਪਸ਼ੂਆਂ ਦੇ ਪਿੰਜਰ ਵੇਖ ਕੇ ਝੱਟ ਉੱਥੇ ਡਿੱਗਦੀ ਹੈ, ਆ ਕੇ ਮੁਰਦਾਰ ਖਾਂਦੀ ਹੈ, ਹੇਠਾਂ ਆ ਜਾਂਦੀ ਹੈ ਇੱਲ। ਤੇ ਅਖੀਰ ਤੇ ਭਾਈ ਗੁਰਦਾਸ ਜੀ ਕਹਿੰਦੇ, ਗਾਏ ਹੋ ਬਜਾਏ ਹੋ ਸੁਨਾਏ ਹੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨ ਤ੍ਰਿਗ ਚਤੁਰਾਈ ਕੈ। ਕਹਿੰਦੇ ਇਸੇ ਤਰ੍ਹਾਂ ਗਾਉਣਾ, ਵਜਾਉਣਾ ਤੇ ਸੁਣਾਉਣਾ
ਗਾ ਲੈਣਾ, ਸਾਜ਼ਾਂ ਦਾ ਵਜਾ ਲੈਣਾ, ਗਾ ਕੇ ਕਿਸੇ ਨੂੰ ਸੁਣਾ ਲੈਣਾ, ਇਹ ਉਦੋਂ ਤੱਕ ਨਿਸ਼ਫਲ ਹੀ ਹੈ ਜਦੋਂ ਤੱਕ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਂਦਾ ਨਹੀਂ। ਕੀ ਲਾਭ ਉਸ ਦਾ ਗਾਉਣ ਦਾ, ਕੀ ਲਾਭ ਉਹਦਾ ਸੁਣਾਉਣ ਦਾ, ਸੁਣਨ ਦਾ, ਜੇ ਗੁਰੂ ਦੇ ਉਪਦੇਸ਼ ਨੂੰ ਹੀ ਜੀਵਨ ਵਿੱਚ ਕਮਾਇਆ ਨਹੀਂ। ਸ਼ਬਦ ਸੁਣ ਜ਼ਰੂਰ ਲਿਆ, ਪਰ ਸ਼ਬਦ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਹੈ ਵੀ ਇਸ ਤਰ੍ਹਾਂ ਜੀਵਨ ਦੇ ਵਿੱਚ ਚੱਲਣਾ, ਉੱਦਾਂ ਤਾਂ ਜੀਵਨ ਵਿੱਚ ਚੱਲਦਾ ਨਹੀਂ। ਤੇ ਫਿਰ ਉਸ ਗਾਉਣ ਤੇ ਸੁਣਾਉਣ ਤੇ ਸੁਣਨ ਦਾ ਭਾਈ ਗੁਰਦਾਸ ਜੀ ਕਹਿੰਦੇ ਲਾਭ ਕੀ ਹੈ। ਹੋਵੇਗਾ ਚਤੁਰ ਚਲਾਕ ਸਿਆਣਾ ਆਪਣੇ ਆਪ ਦੇ ਵਿੱਚ, ਪਰ ਤੂੰ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਤੇਰੇ ਜੀਵਨ ਨੂੰ ਤ੍ਰਿਕਾਰ ਹੈ, ਤੇਰੇ ਜੀਵਨ ਨੂੰ ਲਾਹਨਤ ਹੈ। ਪੜ੍ਹਿਆ ਜ਼ਰੂਰ, ਪਰ ਤੂੰ ਉਹਦੇ ਮੁਤਾਬਕ ਆਪਣੀ ਜ਼ਿੰਦਗੀ, ਆਪਣੇ ਜੀਵਨ ਨੂੰ ਢਾਲਿਆ ਨਹੀਂ। ਇਸੇ ਤਰ੍ਹਾਂ ਕੋਈ ਉੱਚੀ ਗੱਲ ਕਰੇ, ਮਾਲਾ ਦਾ ਮਣਕਾ ਮੇਰੂ ਵੱਡਾ ਹੈ ਗਿਣਤੀ ਵਿੱਚ ਨਹੀਂ, ਦਰਖਤਾਂ ਦੇ ਵਿੱਚੋਂ ਸਿੰਬਲ ਵੱਡਾ ਹੈ ਉੱਚਾ ਹੈ, ਪਰ ਉਹ ਨਿਸ਼ਫਲ ਹੈ। ਪੰਛੀਆਂ ਦੇ ਵਿੱਚੋਂ ਇੱਲ ਦੀ ਉਡਾਰੀ ਬਥੇਰੀ ਉੱਚੀ ਹੈ, ਮੁਰਦਾਰ ਤੇ ਆ ਟਿਕਦੀ ਹੈ। ਕਹਿੰਦੇ ਹੋ ਸਕਦਾ ਤੁਹਾਨੂੰ ਜ਼ਿੰਦਗੀ 'ਚ ਬੰਦੇ ਮਿਲਣ, ਵੇਖਣ ਨੂੰ ਬੜੇ ਸਿਆਣੇ, ਬਹੁਤ ਸਿਆਣੀਆਂ ਗੱਲਾਂ ਕਰਦੇ ਹੋਣ, ਸ਼ਬਦ ਉਹਨਾਂ ਦੇ ਬੜੇ ਭਾਵਪੂਰਕ ਹੋਣ, ਤੁਹਾਡੇ ਮਨ ਨੂੰ ਆਪਣੇ ਵੱਲ ਕੇਂਦਰਿਤ ਕਰ ਲੈਣ ਵਾਲੇ ਹੋਣ, ਪਰ ਜ਼ਰੂਰੀ ਨਹੀਂ ਉਹਨਾਂ ਬੰਦਿਆਂ, ਉਹਨਾਂ ਮਨੁੱਖਾਂ ਦਾ ਜੀਵਨ ਵੀ ਕਹੇ ਹੋਏ ਸ਼ਬਦਾਂ ਦੇ ਅਨੁਸਾਰ ਹੋਵੇ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਕਥਨੀ ਨਹੀਂ, ਇੱਥੇ ਕਰਨੀ ਪ੍ਰਧਾਨ ਹੈ। ਕੇਵਲ ਗੱਲਾਂ ਕਹਿਣੀਆਂ ਨਹੀਂ, ਜਿਨ੍ਹਾਂ ਨੇ ਜੀਵਨ ਵਿੱਚ ਜਪਿਆ, ਕਮਾਈ ਕੀਤੀ, ਉਹ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਪ੍ਰਵਾਨ ਹਨ। ਤੇ ਇਹ ਦਰ ਐਸਾ ਹੈ ਮੇਰੇ ਸਤਿਗੁਰੂ ਦਾ। ਬਾਬਾ ਕਬੀਰ ਜੀ ਨੂੰ ਪੁੱਛੋ, ਕਬੀਰ ਜਿਹ ਦਰ ਆਵਤ ਜਾਤਿਆਹੋ, ਖਟ ਕਹਿ ਨਾਹੀ ਕੋਏ, ਸੋ ਦਰ ਕੈਸੇ ਛੋਟੀ ਹੈ ਜੋ ਦਰ ਐਸਾ ਹੋਏ। ਇਹ ਇਹੋ ਜਿਹਾ ਦਰ ਹੈ ਕਿ ਕੋਈ ਵੀ ਆ ਜਾਏ ਇਸ ਦਰ 'ਤੇ, ਇੱਥੇ ਇਹ ਨਹੀਂ ਵੇਖਿਆ ਜਾਂਦਾ ਇਹ ਬੰਦਾ ਅਮੀਰ ਹੈ ਜਾਂ ਗਰੀਬ ਹੈ, ਇਹ ਬੰਦਾ ਕਿਹੜੀ ਜਾਤ ਦੇ ਨਾਲ ਸੰਬੰਧ ਰੱਖਦਾ ਹੈ। ਇਹਨਾਂ ਚੀਜ਼ਾਂ ਨੂੰ ਸਤਿਗੁਰੂ ਦੇ ਦਰ 'ਤੇ ਨਹੀਂ ਵੇਖਿਆ ਜਾਂਦਾ। ਜਿਹੜਾ ਵੀ ਆ ਜਾਏ, ਇੱਥੋਂ ਤੱਕ ਕੋਈ ਦੁਨਿਆਵੀ ਪਦਾਰਥਾਂ ਦੀ ਕਾਮਨਾ ਕਰਕੇ ਵੀ ਆਉਂਦਾ ਹੈ, ਤਾਂ ਜਦੋਂ ਗੁਰੂ ਦਰਬਾਰ ਦੇ ਵਿੱਚ ਪਹੁੰਚਦਾ ਹੈ, ਸਤਿਗੁਰੂ ਦੇ ਸ਼ਬਦ ਉਹਦੇ ਕੰਨਾਂ ਵਿੱਚ ਪੈਂਦੇ ਹੈ, ਤਾਂ 1 2 3 4 ਦਿਨ ਨਹੀਂ, ਐਸਾ ਉਹਦੇ 'ਤੇ ਗੁਰੂ ਸ਼ਬਦਾਂ ਦਾ ਅਸਰ ਜ਼ਰੂਰ ਹੁੰਦਾ ਹੈ। ਉਸ ਦਾ ਮਨ ਸਤਿਗੁਰੂ ਦੇ ਸ਼ਬਦ ਦੇ ਵਿੱਚ ਵਿੱਝ ਜਾਂਦਾ ਹੈ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਤੋਂ ਅੱਜ ਤੱਕ ਦੀ ਤਵਾਰੀਖ 'ਤੇ ਨਜ਼ਰ ਮਾਰਦੇ ਹਾਂ, ਅਨੇਕਾਂ ਨਾਮ ਰੰਗੀਆਂ ਰੂਹਾਂ ਗੁਰੂ ਪਿਆਰੇ ਤੁਹਾਨੂੰ ਤਵਾਰੀਖ ਦੇ ਵਿੱਚੋਂ ਮਿਲਣਗੇ, ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਸੰਵਾਰਿਆ ਔਰ ਆਪਾਂ ਗੁਰੂ ਤੋਂ ਸਮਰਪਿਤ ਕਰ ਦਿੱਤਾ, ਆਪਣਾ ਆਪ ਗੁਰੂ ਨੂੰ ਭੇਟ ਕਰ ਦਿੱਤਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹਜ਼ੂਰ ਜੀ ਅੰਮ੍ਰਿਤ ਸਰੋਵਰ ਦੀ ਕਾਰ ਕਰਵਾ ਰਹੇ ਸਨ, ਅਨੇਕਾਂ ਹੀ ਗੁਰੂ ਕੇ ਸਿੱਖ, ਆ ਬੱਚਾ ਇੱਕ ਕਿਹੜਾ ਮੋਬਾਈਲ 'ਚ ਪਤਾ ਨਹੀਂ ਕੀ ਲਾਇਆ, ਇੱਥੇ ਬਹੁਤ ਡਿਸਟਰਬ ਕਰਦਾ, ਜਾਂ ਤਾਂ ਇਹਨੂੰ ਪਿੱਛੇ ਲੈ ਜਾਓ ਜਾਂ ਮੈਂ ਸਮਾਪਤੀ ਕਰ ਦਿੰਦਾ। ਠੀਕ ਹੈ ਨਾ। ਜਿਸ ਵੀ ਬੀਬੀ ਦਾ ਬੱਚਾ ਭਾਈ ਮੋਬਾਈਲ ਉੱਚੀ ਆਵਾਜ਼ ਵਿੱਚ ਲਾਇਆ, ਇੱਥੋਂ ਤੱਕ ਸਾਰਾ ਸੁਣਦਾ ਪਿਆ। ਗੁਰੂ ਦਰਬਾਰ ਦੇ ਵਿੱਚ ਅਸੀਂ ਕਿਸ ਤਰ੍ਹਾਂ ਬੈਠਣਾ, ਕਿਉਂਕਿ ਇਕਾਗਰਤਾ ਭੰਗ ਹੁੰਦੀ ਹੈ। ਇਹ ਟੇਪ ਰਿਕਾਰਡ ਨਹੀਂ ਜਿਹੜਾ ਲੱਗਿਆ, ਸੁੱਚ ਲੱਗੀ ਵੀ ਚੱਲਦਾ ਹੈ,
ਸਾਨੂੰ ਵੀ ਬੋਲਣ ਵਾਸਤੇ ਇਕਾਗਰਤਾ ਚਾਹੀਦੀ ਹੁੰਦੀ ਹੈ। ਸੋ ਸਤਿਗੁਰੂ ਕਿਰਪਾ ਕਰਨ। ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਮਹਾਰਾਜ ਜਦੋਂ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਅਨੇਕਾਂ ਗੁਰੂ ਕੇ ਸਿੱਖ ਜਿੱਥੇ ਸੇਵਾ ਕਰਦੇ ਹੈ, ਬੇਅੰਤ ਸੰਗਤਾਂ ਆਉਂਦੀਆਂ ਨੇ। ਬਾਬਾ ਬੁੱਢਾ ਸਾਹਿਬ ਜੀ ਆਪ ਸੇਵਾ ਦੀ ਨਿਗਰਾਨੀ ਵੀ ਕਰਦੇ ਹੈ, ਹੱਥੀਂ ਸੇਵਾ ਵੀ ਕਰਦੇ ਹੈ। ਜੇਹਲਮ ਦੇ ਰਹਿਣ ਵਾਲਾ ਇੱਕ ਸੱਜਣ ਤਵਾਰੀਖ ਨੇ ਇਸ ਦਾ ਨਾਮ ਦਿੱਤਾ ਭਾਈ ਸੋਮਾ। ਘਰ ਦੇ ਵਿੱਚ ਅਤ ਗਰੀਬੀ ਸੀ ਔਰ ਇੱਥੋਂ ਤੱਕ 2 ਵਕਤ ਦੀ ਰੋਟੀ ਤੋਂ ਵੀ ਆਤੁਰ ਹੋ ਗਏ। ਇਹਨੂੰ ਕਿਸੇ ਨੇ ਖਬਰ ਦਿੱਤੀ ਕਿ ਮਾਝੇ ਦੀ ਧਰਤੀ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉੱਥੇ ਰਹਿਮਤਾਂ ਵਰਤਾ ਰਹੇ ਹੈ, ਤੂੰ ਉੱਥੇ ਚਲਿਆ ਜਾ। ਇਹਦੇ ਮਨ ਨੂੰ ਗੱਲ ਜੱਚ ਗਈ। ਆਇਆ ਸੀ ਕਿਰਤ ਲਈ। ਭਾਈ ਵੀਰ ਸਿੰਘ ਨੇ ਸ਼ਬਦ ਲਿਖੇ ਹੈ ਵੀ ਇਹਨੇ ਇੱਥੇ ਛਾਬੜੀ ਲਾਈ। ਘੁੰਗਣੀਆਂ ਸ਼ਬਦ ਵਰਤੇ ਹੈ, ਉਬਾਲੇ ਹੋਏ ਛੋਲੇ ਵਿੱਚ ਲੂਣ ਮਸਾਲਾ ਇਤਿਆਦਿ ਪਾ ਕੇ ਇੱਥੇ ਆ ਗਿਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਭਾਈ ਸੋਮਾ। ਇੱਕ ਪਾਸੇ ਇੱਕ ਕਿਨਾਰੇ ਤੇ ਇਸਨੇ ਛਾਬੜੀ ਲਾ ਲਈ। ਕੁਝ ਆਉਂਦੇ ਜਾਂਦੇ ਲੋਕ ਇਹਦੇ ਕੋਲੋਂ ਕੁਝ ਘੁੰਗਣੀਆਂ ਲੈ ਲੈਂਦੇ ਆ, ਕੁਝ ਮਾਇਆ ਦੇ ਦਿੰਦੇ ਆ। ਸਾਰਾ ਦਿਨ ਬੈਠਿਆ ਰਿਹਾ ਤੇ ਸ਼ਾਮ ਦੇ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਨਿਗਰਾਨੀ ਕਰਦੇ ਹੈ। ਸੱਚੇ ਪਾਤਸ਼ਾਹ ਜੀ ਜਦੋਂ ਤੁਰੇ ਜਾ ਰਹੇ ਹੈ, ਗੁਰੂ ਰਾਮਦਾਸ ਨੇ ਭਾਈ ਸੋਮੇ ਨੂੰ ਵੇਖਿਆ, ਛਾਬੜੀ ਲਾ ਕੇ ਕੋਈ ਬੈਠਾ ਹੈ। ਮਹਾਰਾਜ ਦੇ ਨਾਲ ਗੁਰੂ ਕੇ ਸਿੱਖਾਂ ਦੀ ਭੀੜ ਸੀ। ਮਹਾਰਾਜ ਨੇ ਭਾਈ ਸੋਮੇ ਵੱਲ ਵੇਖਿਆ, ਉੱਥੇ ਹੀ ਮਹਾਰਾਜ ਖੜ ਗਏ। ਸਤਿਗੁਰੂ ਪਾਤਸ਼ਾਹ ਨੇ ਵੇਖਿਆ, ਪੁੱਛਿਆ ਇਸ ਨੂੰ ਕਿੱਥੋਂ ਆਇਆ, ਨਾਂ ਕੀ, ਇਹਨੇ ਸਾਰਾ ਦੱਸਿਆ। ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਇਹ ਛਾਬੜੀ ਲਾਈ ਹੈ। ਹਜ਼ੂਰ ਨੇ ਸੁਭਾਵਕ ਹੀ ਪੁੱਛ ਲਿਆ। ਮਹਾਰਾਜ ਕਹਿੰਦੇ, ਦੱਸ ਫਿਰ ਵਟਕ ਕਿੰਨੀ ਹੋਈ, ਵੱਟੇ ਕਿੰਨੇ ਹੈ, ਕੀ ਕਮਾਈ ਹੋਈ ਅੱਜ? ਤੇ ਜਿੰਨੀ ਕਮਾਇਆ ਭਾਈ ਸੋਮੇ ਨੂੰ ਪ੍ਰਾਪਤ ਹੋਈ ਸੀ, ਸਾਰੀ ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਭੇਟ ਕਰਕੇ ਕਹਿਣ ਲੱਗਾ, ਮਹਾਰਾਜ ਗਿਣੇ ਤਾਂ ਨਹੀਂ, ਆ ਇੰਨੇ ਪ੍ਰਾਪਤ ਹੋਏ ਹੈ। ਦੇਖੋ ਗੁਰੂ ਕਿਵੇਂ ਦਇਆ ਦ੍ਰਿਸ਼ਟੀ ਮਿਹਰ ਕਰਦਾ। ਮੇਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਹਜ਼ੂਰ ਨੇ ਉਸੇ ਵੇਲੇ ਆਵਾਜ਼ ਦਿੱਤੀ। ਮਹਾਰਾਜ ਕਹਿੰਦੇ, ਜਿਹੜੇ ਮਜ਼ਦੂਰ ਨੇ ਉਹ ਕਿੱਥੇ ਨੇ? ਮਜ਼ਦੂਰ ਆਏ, ਪਾਤਸ਼ਾਹ ਨੇ ਉਹਨਾਂ ਦੀ ਦਿਹਾੜੀ ਉਹਨਾਂ ਨੂੰ ਦੇ ਦਿੱਤੀ। ਜਿੱਥੇ ਗੁਰੂ ਕੇ ਸਿੱਖ ਭਾਵਨਾ ਨਾਲ ਸੇਵਾ ਕਰਦੇ ਸੀ, ਉੱਥੇ ਅਨੇਕਾਂ ਮਜ਼ਦੂਰ ਵੀ ਸਨ ਜਿਹੜੇ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਆ ਕੇ ਸੇਵਾ ਵੀ ਕਰਦੇ ਸੀ। ਸਤਿਗੁਰੂ ਮਿਹਰਾਮਤ ਕਰਕੇ ਉਹਨਾਂ ਨੂੰ ਮਾਇਆ ਵੀ ਦਿੰਦੇ ਸੀ, ਦਿਹਾੜੀ ਵੀ ਦਿੰਦੇ ਸੀ। ਉਹ ਜਿਹੜੀ ਵਟਕ ਸੀ ਭਾਈ ਸੋਮੇ ਦੀ, ਮਜ਼ਦੂਰਾਂ ਵਿੱਚ ਮਹਾਰਾਜ ਨੇ ਵੰਡ ਦਿੱਤੀ। ਅਗਲਾ ਦਿਨ ਫੇਰ ਭਾਈ ਸੋਮੇ ਨੇ ਛਾਬੜੀ ਲਾਈ। ਫਿਰ ਸਤਿਗੁਰੂ ਆਏ। ਦੂਜੇ ਦਿਨ ਪੁੱਛਿਆ, ਉਹ ਵੀ ਵਟਕ ਮਹਾਰਾਜ ਗੁਰੂ ਰਾਮਦਾਸ ਨੂੰ ਭੇਟ ਕਰ ਦਿੱਤੀ। 1 2 3 ਨਹੀਂ 5 ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਆਉਂਦੇ ਰਹੇ ਤੇ ਭਾਈ ਸੋਮੇ ਦਾ ਸਿਦਕ ਵੇਖੋ, ਮਹਾਰਾਜ ਗੁਰੂ ਰਾਮਦਾਸ ਜੀ ਨੂੰ ਉਹ ਮਾਇਆ ਭੇਟ ਕਰ ਦਿੰਦਾ ਰਿਹਾ। ਅੱਜ 6ਵਾਂ ਦਿਨ ਹੈ। ਅੱਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਆਏ ਨਹੀਂ। ਸ਼ਾਮ ਵੇਲੇ ਹਨੇਰਾ ਹੁੰਦਾ ਜਾ ਰਿਹਾ ਹੈ। ਭਾਈ ਸੋਮਾ ਉਡੀਕ ਕਰਦਾ ਹੈ। ਅੱਜ ਗੁਰੂ ਰਾਮਦਾਸ ਮਹਾਰਾਜ ਆਏ ਨਹੀਂ, ਪਤਾ ਨਹੀਂ ਕੀ ਕਾਰਨ। ਤੇ ਜਦੋਂ ਸਤਿਗੁਰੂ ਨਾ ਆਏ ਭਾਈ ਸੋਮੇ ਕੋ, ਤੇ ਜਿੰਨੀ ਵਟਕ ਹੋਈ ਸੀ ਭਾਈ ਸੋਮੇ ਨੇ ਸਾਰੀ ਚੁੱਕੀ ਲਿਆ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿੱਤੀ। ਕਹਿੰਦਾ, ਮਹਾਰਾਜ ਅੱਜ ਆ ਇੰਨੀ ਵਟਕ ਹੋਈ ਹੈ। ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਭਾਈ ਸੋਮਿਆ ਅੱਜ ਤੇਥੋਂ ਲੈਣੇ ਨਹੀਂ, ਅੱਜ ਅਸੀਂ ਤੈਨੂੰ ਦੇਣੇ ਨੇ।
गुरु रामदास महाराज कहते अज देने ने। महाराज ने उठ के भाई सोमे नूं अपनी गलवकड़ी दे विच लिया। सतगुरु ने पूछया, भाई सोमिया सच्चो सच दस, जेलम तो इत्थे आया कास लई सी, किस वास्ते सी? ते भाई सोमे ने कहा, महाराज आया सी मैं रोजी लई, भी जावांगा छाबड़ी लावांगा, कमाई होवेगी, घर दा गुजारा चंगा चलेगा। धन गुरु रामदास सच्चे पातशाह जी कहते, भाई सोमिया ये दर ऐसा है, भावें कोई रोजी लई आए ते गुरु जदों उहदे ते मेहर की दृष्टि कर दिंदा, उहदे सिदक नूं वेख के वो शहनशाहां दा शहनशाह बन जाता है। महाराज कहते अज तैनूं नाम दीआं दातां बख्शदे आं, गुणां दी दात बख्श के तेरी झोली भरदे आं। सच्चे पातशाह ने जिन्नी माया सी सारी भाई सोमे की झोली विच पा के तीन बख्शिश दे वचन कहे, सोमा शाह गुरु का शाह बेपरवाह। सतगुरु के वचनों के विच वड्डी रहमत है। महाराज ने कहा, भाई सोमिया तू शाहूकार है, और फिर आम नहीं गुरु का शाहूकार है, क्योंकि तेरी वटक गुरु नानक के घर दे विच काम करन वाले मजदूरां नूं असीं देंदे रहे हैं। तू गुरु का शाहूकार है ते दात असीं तैनूं बख्शदे हां, जीवन विच तू बेपरवाह रहेगा। सोमा शाह गुरु का शाह बेपरवाह। गुरु रामदास महाराज जी ने बचनों के नाल बख्शिशां करके झोलियां भर दित्तियां भाई सोमे दियां, ते इत्थों तक फिर कला नहीं, भाई सोमे नूं दातां बख्शियां। सिੱਖੀ सिद्धांत की पातशाह ने सोझी करवाई, लै भाई सोमिया गुरु नानक साहब के घर दे विचों दातां सिੱਖੀ का प्रचार करी। ते भाई सोमे ने सिੱਖੀ का प्रचार किया। भाई सोमे शाह तो अगे होए भाई राम शाह, और दूर मुल्तान तक, उतों तक आप सिੱਖੀ का प्रचार करते रहे। फिर 10वें पातशाह धन गुरु गोबिंद सिंह साहिब महाराज वेले इन्हां विचों होए भाई मेहर शाह, जिन्हां ने गुरु नानक साहब की सिੱਖੀ नूं कमाया। ते कलगीधर पातशाह गुरु गोबिंद सिंह महाराज जी ने फरजंद बख्शंद कह के भाई मेहर शाह नूं निवाजिया। ये फरजंद है, पुत्र है, ते गुरु नानक साहब के घर दे विचों रहमतां इन्हां प्राप्त कीतियां ने। जे कोई इस दर दे उत्ते भावें संसारक इच्छा नूं भी लैके आउंदा है, वो भी फिर बख्शिशां दे नाल गुरु तो झोलियां भरवा के वापस जाता है। फिर आपां गुरु नूं समर्पित करके सारी जिंदगी धर्म की किरत करदियां होइयां सारा जीवन लेखे ला दिंदा है। धन गुरु रामदास महाराज जी ने एक नहीं अनेकां नूं निवाजिया। जिह दर आवत जाते हो हटकै नाही कोय, सो दर कैसे छोड़ी है जो दर ऐसा हो। पर मनुख दे अंदर कोई वल छल कोई कपट ना होवे। सतगुरु कहंदे तू प्रेम दे नाल गा, फिर तेरा गाविया सफल। जो तू बोलता है रसना तो गुरु के शब्दां नूं अमृत बचनां नूं उसनूं जीवन विच कमा। नहीं तो फिर कोई गावे रागी नादी बेदी बहु भांत कर नहीं, हर हर कीजै राम राजे। जिन्हां अंदर कपट विकार है तिना रोए क्या कीजे। उन्हां दा रोना भी किसी अर्थ नहीं जे अंदर छल है। ते जे गुरु के चरणों के नाल प्रेम ते प्रेम का उछाला हंझुआं के रूप दे विच अखां तो निकलता है, तो फिर वो हंझू भी निकले हुए सफल हो जाते हैं। ये गुरु नानक का दर ऐसा है। सतगुरु के दर ते झोलियां अड्डीए। सतगुरु असीं दुनिया के धन दौलत पदार्थ भी तुहाडे तो मंगने हैं, और रूहानियत जीवन भी महाराज तुहाडे तो ही मंगना है। कृपा करो, बख्शिश करो, रहमत करो।
ਜਿੱਥੇ ਦੁਨੀਆ ਦੇ ਪਦਾਰਥਾਂ ਦੇ ਨਾਲ ਤੁਸੀਂ ਨਿਵਾਜਿਆ, ਮੇਰੇ ਜੀਵਨ ਦੇ ਵਿੱਚ ਗੁਣਾਂ ਦੀ ਭਰਮਾਰ ਹੋ ਜਾਏ, ਔਗਣਾਂ ਤੋਂ ਮੈਂ ਕਿਨਾਰਾ ਕਰ ਲਵਾਂ, ਮੇਰੇ 'ਤੇ ਬਖਸ਼ਿਸ਼ ਕਰੋ। ਸਤਿਗੁਰੂ ਮਿਹਰਾਮਤ ਕਰਨ, ਅਸੀਂ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਵਸਾਈਏ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਮਿਹਰਾਮਤ ਕੀਤੀ ਹੈ। ਸੇਵਕ ਪਰਿਵਾਰ ਸਰਦਾਰ ਰਾਮ ਕਰਮ ਸਿੰਘ, ਸਾਰੇ ਪਰਿਵਾਰ ਨੇ ਗੁਰੂ ਚਰਨਾਂ ਦਾ ਓਟ ਆਸਰਾ ਲਿਆ। ਆਪ ਸੰਗਤਾਂ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਕਥਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹੈ। ਸੋ ਦਾਸ ਪਾਸੋਂ ਮੈਨੂੰ ਹੁਕਮ ਹੋਇਆ ਸੀ ਪਰਿਵਾਰ ਵੱਲੋਂ ਵੀ ਆਪ ਜੀ ਨੇ ਜ਼ਰੂਰ ਹਾਜ਼ਰੀ ਭਰਨੀ ਹੈ। ਸੋ ਪਰਿਵਾਰ ਦਾ ਹੁਕਮ ਸਿਰ ਮੱਥੇ ਮੰਨਦਿਆਂ ਆਪ ਦੇ ਨਾਲ ਕੁਝ ਸਮੇਂ ਵਿਚਾਰਾਂ ਦੀ ਸਾਂਝ ਪਾਈ ਹੈ। ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸੰਗਤ ਨੇ ਹੋਈਆਂ ਭੁੱਲਾਂ ਦੀ ਮੁਆਫੀ ਅਗਾਂਹ ਵਾਸਤੇ ਸਮਤ ਬਖਸ਼ਣੀ ਜੀ। ਗੁਰ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ